घर वापसी का सब तो वड्डा कारण यही है कि श्री विजय सांपला जी ਨੂੰ भारतीय जनता पार्टी ने विधान सभा फगवाड़ा तो टिकट दी है। 19 ਦੀ ਜਿਮਨੀ ਚੋਣ ਦੇ ਵਿੱਚ ਅਗਰ ਫਗਵਾੜੇ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਸੀ ਤਾਂ ਉਹ ਸੁੰਦਰ ਸ਼ਾਮ ਕਰਕੇ ਹੋਈ ਸੀ, ਤੇ ਜੇ ਸੁੰਦਰ ਸ਼ਾਮ ਜੀ ਦਾ ਮਾਨ ਸਨਮਾਨ ਨਹੀਂ ਹੋਇਆ ਤੇ ਸਾਨੂੰ ਉੱਥੇ ਕਿਹਨੇ ਪੁੱਛਣਾ ਸੀ। ਕਚਹਿਰੀਆਂ ਦੇ ਵਿੱਚ ਰਜਿਸਟਰੀਆਂ ਤਹਿਸੀਲਦਾਰਾਂ ਕੋਲੋਂ ਮਹੀਨੇ ਤੇ ਹਫ਼ਤੇ ਲਏ ਜਾਂਦੇ ਸੀਗੇ। ਇਹ ਇੱਕ ਗੱਲ ਨਹੀਂ ਹੈਗੀ, ਬਹੁਤ ਗੱਲ ਹੈ ਜਿਹੜੀ ਉਹਨਾਂ ਨੂੰ ਪਤਾ ਸੀ, ਪਰ ਉਹ ਆਪਣੇ ਕਮਾਊ ਪੁੱਤਾਂ ਨੂੰ ਕੁਝ ਕਹਿ ਨਹੀਂ ਸਕੇ, ਉਹਨਾਂ ਨੂੰ ਪਿੱਛੇ ਨਹੀਂ ਕਰ ਸਕੇ। ਨਗਰ ਨਿਗਮ ਦੇ ਵਿੱਚ ਕਿ ਜਿਹੜਾ ਲਾਈਟਾਂ ਵਾਲਾ ਠੇਕੇਦਾਰ ਆ ਇਹ 9 ਲੱਖ ਰੁਪਈਆ ਮਹੀਨਾ ਰਿਪੇਅਰ ਲਈ ਜਾਂਦਾ ਔਰ ਕਰਦਾ ਕੁਝ ਵੀ ਨਹੀਂ। ਜਿੰਨਾ ਚਿਰ ਵੀ ਉਹਨਾਂ ਨੂੰ ਰਾਜਨੀਤੀ ਨੂੰ ਕਰਦਿਆਂ ਨੂੰ ਹੋ ਗਿਆ, ਉਹਨਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ, ਕਿਸੇ ਵਰਕਰ ਦਾ ਨਾ ਪੈਸਾ ਲੱਗਣ ਦਿੱਤਾ ਤੇ ਨਾ ਲਿਆ। ਇਹ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ। ਔਰ सांपला जी की खासियत आ नुकसान हो जाऊगा पर अपने साथी नूं अपने वर्कर नूं कदी नहीं छड्डदे। ਵਿਧਾਨ ਸਭਾ ਇਲੈਕਸ਼ਨ ਨੂੰ ਲੈ ਕੇ ਅਸੀਂ ਰੋਜ਼ ਤੁਹਾਨੂੰ ਅਲੱਗ-ਅਲੱਗ ਪਾਰਟੀ ਦੇ ਅਲੱਗ-ਅਲੱਗ ਨੇਤਾਵਾਂ ਦੇ ਨਾਲ ਮਿਲਾਉਂਦੇ ਹਾਂ ਤਾਂ ਕਿ ਪਾਰਟੀ ਦੀ ਵਿਚਾਰਧਾਰਾ ਕੀ ਉਮੀਦਵਾਰ ਦੀ ਸੋਚ ਆ ਉਹ ਤੁਹਾਡੇ ਤੱਕ ਪਹੁੰਚ ਸਕੇ। ਅੱਜ ਸਾਡੇ ਨਾਲ ਮੌਜੂਦ ਨੇ ਬੀਜੇਪੀ ਤੋਂ ਬੇਬਾਕ ਨੇਤਾ ਗੁਰਦੀਪ ਦੀਪਾ ਜੀ, ਜਿਨ੍ਹਾਂ ਨੂੰ ਸੁਣਨ ਦੇ ਲਈ ਲੋਕ ਕਈ ਵਾਰ ਸਪੈਸ਼ਲ ਚੋਣ ਮੀਟਿੰਗਾਂ ਦੇ ਵਿੱਚ ਜਾਂਦੇ ਆ। ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ। ਧੰਨਵਾਦ ਬਸਰਾ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਦੀਪਾ ਜੀ, ਪਹਿਲਾਂ ਤਾਂ ਇਹ ਦੱਸੋ ਕਿ ਆਪਾਂ ਬਾਕੀ ਗੱਲ ਸ਼ੁਰੂ ਕਰੀਏ ਕਿ ਤੁਸੀਂ ਥੋੜ੍ਹੇ ਦਿਨ ਹੋਏ ਆ ਦੁਬਾਰਾ ਤੁਹਾਡੀ ਘਰ ਵਾਪਸੀ ਕਹਿੰਦੇ ਹੋਈ ਆ, ਪਹਿਲਾਂ ਕਿੱਦਾਂ ਚੱਲ ਰਿਹਾ, ਕਿੱਦਾਂ ਦਾ ਮਾਹੌਲ ਲੱਗ ਰਿਹਾ ਤੁਹਾਨੂੰ ਵਾਪਸ ਆ ਕੇ? ਕੁਛ ਨਹੀਂ ਬਸਰਾ ਜੀ, ਮੈਨੂੰ ਤਾਂ ਇੱਦਾਂ ਲੱਗਦਾ ਜਿੱਦਾਂ ਕੋਈ ਫਰਕ ਹੀ ਨਹੀਂ ਸੀਗਾ। ਸਵਾ 2 ਸਾਲ ਦਾ ਪੀਰੀਅਡ ਜਿਹੜਾ ਮੈਂ ਪਾਰਟੀ ਨੂੰ ਛੱਡ ਕੇ ਗਿਆ ਸੀ, ਉਹ ਕਾਰਨ ਸੀਗੇ ਜਿਹੜੇ ਤੁਹਾਨੂੰ ਵੀ ਪਤਾ। ਉਸ ਇਲੈਕਸ਼ਨ ਦੇ ਵਿੱਚ ਕੁਛ ਇੱਦਾਂ ਦੀ ਘਟਨਾ ਹੋਈ ਕਿ ਮੈਨੂੰ ਉੱਧਰ ਜਾਣਾ ਪਿਆ ਔਰ ਮੇਰਾ ਦਿਲ ਤਾਂ ਨਹੀਂ ਸੀ ਕਰਦਾ, ਨਾ ਲੱਗਾ, ਨਾ ਮੈਨੂੰ ਉੱਥੋਂ ਕੋਈ ਮਾਣ ਸਨਮਾਨ ਮਿਲਿਆ। ਤੇ ਜੇ ਮਾਣ ਸਨਮਾਨ ਮਿਲਦਾ ਬੰਦੇ ਨੂੰ ਤਾਂ ਬੰਦਾ ਵਾਪਸ ਕਦੀ ਨਹੀਂ ਆਉਂਦਾ, ਕਿਉਂਕਿ ਮੈਂ ਤਨ ਮਨ ਧਨ ਦੇ ਨਾਲ 2019 ਦੀ ਇਲੈਕਸ਼ਨ ਦੇ ਵਿੱਚ ਕੰਮ ਕੀਤਾ ਸੀ। ਪਰ ਹੁਣ ਮੇਰੀ ਘਰ ਵਾਪਸੀ ਹੋਈ ਹੈ, ਉਹਦਾ ਸਭ ਤੋਂ ਵੱਡਾ ਕਾਰਨ, ਘਰ ਵਾਪਸੀ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ श्री विजय सांपला जी ਨੂੰ ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਫਗਵਾੜਾ ਤੋਂ ਟਿਕਟ ਦਿੱਤੀ ਆ। ਔਰ ਉਹ ਇੱਕ ਜਾਂਚੇ ਪਰਖੇ ਤੇ ਖਰੇ ਨੇਤਾ ਨੇ ਜਿਹੜੇ ਹਮੇਸ਼ਾ ਹੀ ਆਮ ਲੋਕਾਂ ਦੇ ਨਾਲ ਖੜ੍ਹਦੇ ਨੇ, ਆਮ ਲੋਕਾਂ ਦੀ ਬਾਹ ਫੜਦੇ ਨੇ। ਔਰ ਮੈਂ ਤਾਂ ਇਹ ਗੱਲ ਕਹਿਣਾ ਹੁੰਦਾ ਕਿਤੇ ਸੁੱਖ ਦੇ ਵਿੱਚ ਵਧਾਈ ਦੇਣ ਉਹ ਜਾਂਦੇ ਨਾ ਹੋਣ, ਪਰ ਦੁੱਖ ਦੇ ਵਿੱਚ ਹਮੇਸ਼ਾ ਹੀ ਉਹਨਾਂ ਨੇ ਵਰਕਰ ਦੀ ਬਾਹ ਫੜੀ ਹੈ। ਪਹਿਲਾਂ ਤੁਸੀਂ ਅਗਰ ਗੱਲ ਕਰਦੇ ਆ ਭਾਵੇਂ ਸੋਮ ਪ੍ਰਕਾਸ਼ ਜੀ ਹੋਣ, ਉਸ ਤੋਂ ਪਹਿਲਾਂ ਵੀ ਹਰ ਸਰਕਾਰ ਦੇ ਵਿੱਚ ਹਰ ਐਮਐਲਏ ਨਾਲ ਤੁਸੀਂ ਖਾਸ ਰਹੇ ਹੋ, ਸਵਰਨਾ ਰਾਮ ਜੀ ਦੇ ਤੁਸੀਂ ਬਹੁਤ ਖਾਸ ਰਹੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਕੀ ਇੱਦਾਂ ਦਾ ਹੋਇਆ ਕਿ ਤੁਹਾਨੂੰ ਪਾਰਟੀ ਛੱਡ ਕੇ ਜਾਣਾ ਪੈ ਗਿਆ? ਉਦੋਂ ਜਦੋਂ ਰਾਜੇਸ਼ ਬਾਘਾ ਜੀ ਨੂੰ ਟਿਕਟ ਮਿਲੀ, ਉਦੋਂ ਹਾਲਾਤ ਇੱਦਾਂ ਦੇ ਕੁਝ ਹੋ ਗਏ ਸੀਗੇ ਕਿ ਕੁਝ ਨੇਤਾ ਚਾਹੁੰਦੇ ਨਹੀਂ ਸੀਗੇ ਕਿ ਮੈਂ ਰਾਜੇਸ਼ ਬਾਘਾ ਜੀ ਨਾਲ ਚੱਲਾਂ। ਉਹਨਾਂ ਨੂੰ ਮੈਂ ਪਸੰਦ ਨਹੀਂ ਸੀਗੀ ਜਾਂ ਮੇਰੇ ਕੰਮ ਕਰਨ ਦਾ ਢੰਗ ਨਹੀਂ ਪਸੰਦ ਹੋਊਗਾ। ਤੇ ਉਦੋਂ ਫਿਰ ਉਹ ਬਾਘਾ ਜੀ ਨੂੰ ਲੱਗਦਾ ਸੀਗਾ ਕਿ ਜੇ ਦੀਪਾ ਮੇਰੇ ਨਾਲ ਰਿਹਾ ਤਾਂ ਉਹਨਾਂ ਦਾ ਨੁਕਸਾਨ ਹੋਊਗਾ। ਤੇ ਮੈਨੂੰ ਉਹਨਾਂ ਨੇ ਕਿਹਾ ਕਿ ਮੇਰਾ ਇੱਦਾਂ ਨੁਕਸਾਨ ਹੁੰਦਾ ਆ, ਕੁਝ ਨੇਤਾ ਵੱਡੇ ਆ ਜਿਹੜੇ ਉਹ ਨਹੀਂ ਆਉਣਾ ਚਾਹੁੰਦੇ, ਤੈਨੂੰ ਦੇਖਣਾ ਨਹੀਂ ਪਸੰਦ ਕਰਦੇ, ਇਸ ਕਰਕੇ ਮੈਂ ਉਹਨਾਂ ਨੂੰ ਛੱਡ ਕੇ ਚਲਾ ਗਿਆ ਸੀ। ਤੇ ਹੁਣ ਵਾਪਸੀ, ਇਹ ਤੁਹਾਡਾ 2.5 ਸਾਲ ਦਾ ਸਵਾ 2 ਸਾਲ ਦਾ ਜਿਹੜਾ ਇੱਕ ਸਫ਼ਰ ਆ ਕਾਂਗਰਸ ਦੇ ਵਿੱਚ ਰਿਹਾ, ਕਾਂਗਰਸ ਦੇ ਵਿੱਚ ਕਿੱਦਾਂ ਐਕਸਪੀਰੀਅੰਸ ਰਿਹਾ? ਕਿਹੜੇ ਕਾਰਨ ਸੀ ਕਿ ਤੁਹਾਡਾ ਉੱਥੇ ਦਿਲ ਨਹੀਂ ਲੱਗਾ, ਤੁਸੀਂ ਵਾਪਸ ਆ ਗਏ, ਕੀ ਕਾਰਨ ਸੀਗੇ ਉਹ? ਬਸਰਾ ਜੀ, ਕਾਂਗਰਸ ਦੇ ਵਿੱਚ ਨਾ ਕੋਈ ਉਹਨਾਂ ਦਾ ਮਿਸ਼ਨ ਨਹੀਂ ਆ, ਕੋਈ ਉਹਨਾਂ ਦੀ ਨੀਤੀ ਨਹੀਂ ਆ, ਕੋਈ ਨੀਅਤ ਨਹੀਂ ਆ। ਉਹ ਤਾਂ ਸਿਰਫ ਸਰਕਾਰ ਬਣ ਗਈ ਤਾਂ ਇੱਕ ਇਹ ਲਾ ਲਓ ਕਿ ਉਹ ਨੇਤਾ ਜਿਹੜੇ ਉਹ ਇਦਾਂ ਸਮਝਦੇ ਆ ਕਿ ਸਰਕਾਰ ਬਣ ਗਈ, ਹੁਣ ਆਪਣਾ ਕੰਮ ਚੱਲ ਪੈਣਾ, ਇੱਕ ਬਿਜ਼ਨਸ ਚੱਲ ਪੈਣਾ। ਪਰ ਕੋਈ ਸੇਵਾ ਵਾਲੀ ਭਾਵਨਾ ਕਾਂਗਰਸ ਦੇ ਵਿੱਚ ਮੈਂ ਹਾਲੇ ਤੱਕ ਦੇਖੀ ਨਹੀਂ। ਮੈਂ 2 ਸਾਲ ਦਾ ਪੀਰੀਅਡ ਜਿਹੜਾ ਕੰਮ ਕੀਤਾ, ਬਹੁਤ ਲਗਾਤਾਰ ਕੰਮ ਪਾਰਟੀ ਦੇ ਵਿੱਚ ਕੀਤਾ ਔਰ ਚਾਹੁੰਦਾ ਵੀ ਸੀ ਕਿ ਚੰਗਾ ਮਾਹੌਲ ਬਣੇ, ਪਰ ਉਹ ਮਾਹੌਲ ਜਿਹੜਾ ਸੀ ਉਹ ਮੇਰੇ ਮੁਤਾਬਕ ਜਾਂ ਇਮਾਨਦਾਰ ਬੰਦੇ ਦੇ ਮੁਤਾਬਕ ਉਹ ਬਣਿਆ ਨਹੀਂ। ਇਸ ਕਰਕੇ ਮੈਂ ਘਰ ਵਾਪਸੀ ਹੀ ਵਧੀਆ ਨਿਰਣੇ ਸੀਗਾ ਮੇਰਾ। ਸ਼ਾਮ ਸੁੰਦਰ ਅਰੋੜਾ ਹੀ ਤੁਹਾਨੂੰ ਲੈ ਕੇ ਗਏ ਸੀ, ਤੁਸੀਂ ਬਹੁਤ ਕਲੋਜ਼ ਜਿਹੜੇ ਉਹਨਾਂ ਦੇ ਬੰਦੇ ਸੀ ਫਗਵਾੜਾ ਵਿੱਚ, ਉਹਨਾਂ ਨਾਲ ਕਿਨੇ ਜਾਂਦੇ ਰਹੇ ਹੋ। ਉਹਨਾਂ ਨੇ ਕਿਹਾ ਨਹੀਂ ਕਿ ਜੋ ਤੁਹਾਨੂੰ ਕੋਈ ਇੱਦਾਂ ਦੀਆਂ ਪ੍ਰੋਬਲਮਸ ਆਈਆਂ ਤੁਹਾਨੂੰ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਤੁਹਾਨੂੰ ਮਾਨ ਸਨਮਾਨ ਦੇਣ ਦੀ ਗੱਲ ਕੀਤੀ ਹੋਵੇ? ਸੁੰਦਰ ਸ਼ਾਮ ਜੀ ਨਾਲ ਸਾਡੀ ਬਹੁਤ ਗੱਲ ਹੁੰਦੀ ਰਹਿੰਦੀ ਸੀਗੀ। ਜਦੋਂ ਸਾਡਾ ਕੋਈ ਕੰਮ ਇੱਥੇ ਨਹੀਂ ਸੀ ਹੁੰਦਾ, ਜਦੋਂ ਅਸੀਂ ਕੋਈ ਆਪਣਾ ਕੰਮ ਲੈ ਕੇ ਜਾਂਦੇ ਸੀਗੇ, ਫਿਰ ਅਸੀਂ ਉਹਨਾਂ ਦੇ ਕੋਲ ਜਾਂਦੇ ਸੀ ਔਰ ਸਾਡੇ ਵਰਕਰਾਂ ਦਾ ਔਰ ਜੇ ਸਾਡਾ ਕੋਈ ਕੰਮ ਸੀਗਾ ਤਾਂ ਉਹ ਸੁੰਦਰ ਸ਼ਾਮ ਜੀ ਕਰਾਉਂਦੇ ਸੀ। ਬਾਰ-ਬਾਰ ਉਹਨਾਂ ਨੂੰ ਕਹਿਣ ਦੇ ਬਾਵਜੂਦ ਵੀ ਐਮਐਲਏ ਸਾਹਿਬ ਨੂੰ ਫੋਨ ਕਰਦੇ ਸੀ, ਪਰ ਉਹ ਸਾਡੇ ਕੰਮ ਜਿਹੜੇ ਬਹੁਤ ਵੱਡੇ ਕੰਮ ਜਿਹਨਾਂ ਦੇ ਇਲੈਕਸ਼ਨ ਦੇ ਵਿੱਚ ਅਸੀਂ ਕੋਈ ਕੰਮ ਕਹੇ ਸੀ, ਜਿੱਦਾਂ ਇੱਕ ਕੋਈ ਜੈਨ ਬਰਾਦਰੀ ਦਾ ਕੰਮ ਸੀਗਾ ਉਹ ਨਹੀਂ ਹੋਇਆ, ਇੱਕ ਬੇਦੀ ਬਰਾਦਰੀ ਦਾ ਕੋਈ ਕੰਮ ਸੀਗਾ, ਅਸੀਂ ਹਮੇਸ਼ਾ ਹੀ ਨਾਲ ਲੈ ਕੇ ਜਾਂਦੇ ਰਹੇ, ਪਰ ਉਹ ਕੰਮ ਇਹਨਾਂ ਨੇ ਕੀਤੇ ਨਹੀਂ। ਕਿਉਂਕਿ
ਵਸਰਾ ਜੀ ਜਦ ਸੁੰਦਰ ਸ਼ਾਮ ਜੀ ਨੂੰ ਹੀ ਇਹਨਾਂ ਨੇ ਮਾਨ ਸਨਮਾਨ ਨਹੀਂ ਦਿੱਤਾ, ਇੰਨਾ ਉਹ 2019 ਦੀ ਜਿਮਨੀ ਚੋਣ ਦੇ ਵਿੱਚ ਅਗਰ ਫਗਵਾੜੇ ਦੇ ਵਿੱਚ ਕਾਂਗਰਸ ਦੀ ਜਿੱਤ ਹੋਈ ਸੀ ਤਾਂ ਉਹ ਸੁੰਦਰ ਸ਼ਾਮ ਕਰਕੇ ਹੋਈ ਸੀ। ਮੈਂ ਇਹ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ 70% ਜਿਹੜਾ ਫਗਵਾੜੇ ਦਾ ਕੰਮ ਸੀ ਉਦੋਂ 70% ਉਹ ਉਹਨਾਂ ਨੇ ਸੰਭਾਲਿਆ ਸੀ, ਔਰ ਜਿਹੜੀ ਚੋਣ ਮੁਹਿੰਮ ਸੀ ਉਹਨਾਂ ਨੂੰ ਤੇਜ਼ ਕਰਨ ਦੇ ਵਿੱਚ ਸਾਰਾ ਦਾ ਸਾਰਾ ਯੋਗਦਾਨ ਜਿਹੜਾ ਸੀ ਉਹ ਸੁੰਦਰ ਸ਼ਾਮ ਜੀ ਦਾ ਸੀ। ਪਰ ਚੋਣ ਜਿੱਤਣ ਤੋਂ ਬਾਅਦ ਬਸਰਾ ਜੀ ਤੁਸੀਂ ਹੈਰਾਨ ਹੋ ਜਾਓਗੇ ਕਿ ਇਹਨਾਂ ਨੇ ਉਹਨਾਂ ਨੂੰ ਇੱਕ ਵਾਰੀ ਵੀ ਚਾਹ ਦਾ ਕੱਪ ਨਹੀਂ ਪਿਲਾਇਆ। ਉਹ ਮਾਨ ਸਨਮਾਨ ਜਿਹੜਾ ਬਣਦਾ ਸੀ ਵਰਕਰਾਂ ਦੇ ਵਿੱਚ ਬਿਠਾ ਕੇ ਉਹ ਦੇਣਾ ਬਣਦਾ ਸੀ, ਤੇ ਜੇ ਸੁੰਦਰ ਸ਼ਾਮ ਜੀ ਦਾ ਮਾਨ ਸਨਮਾਨ ਨਹੀਂ ਹੋਇਆ ਤੇ ਸਾਨੂੰ ਉੱਥੇ ਕਿਹਨੇ ਪੁੱਛਣਾ ਸੀ। 2.5 ਸਾਲ ਤੁਸੀਂ ਕਾਂਗਰਸ ਸਰਕਾਰ ਵੀ ਹਟਾਈ ਆ, ਠੀਕ ਹੈ ਜੀ। ਤੇ ਉਹ ਅਗਰ ਗੱਲ ਕਰਦੇ ਆ, ਤੁਸੀਂ ਬਹੁਤ ਵਾਰੀ ਜਦੋਂ ਕਿਤੇ ਦੂਜੀ ਪਾਰਟੀ ਵੱਲੋਂ ਹਮਲੇ ਕੀਤੇ ਜਾਂਦੇ ਸੀ ਸਰਕਾਰ ਤੇ ਜਾਂ ਸਥਾਨਕ ਵਿਧਾਇਕ ਸਾਹਿਬ ਦੇ ਉੱਤੇ, ਤਾਂ ਤੁਸੀਂ ਉਹਨਾਂ ਨੂੰ ਕਾਊਂਟਰ ਕਰਨ ਲਈ ਆਉਂਦੇ ਸੀ, ਤੁਸੀਂ ਉਹਨਾਂ ਦੇ ਹੱਕ 'ਚ ਬੋਲਦੇ ਸੀ। ਹੁਣ ਅਚਾਨਕ ਜਿਹੜੀਆਂ ਆ ਪਿਛਲੀਆਂ ਚੀਜ਼ਾਂ ਨਿਕਲ ਕੇ ਬਾਹਰ ਆਉਣ ਲੱਗ ਪਈਆਂ ਕਿ ਬਈ ਆਹ ਕਮੀ ਸੀ, ਆਹ ਸੀ, ਇਹ ਹੁਣ ਕਿਉਂ? ਨਹੀਂ, ਇਹ ਅਚਾਨਕ ਨਹੀਂ ਆਇਆ। ਇਹ ਪਹਿਲਾਂ ਤਾਂ 5-6 ਮਹੀਨੇ ਮੈਂ ਪਹਿਲਾਂ ਹੀ ਮੇਰਾ ਜਾਣਾ ਬੰਦ ਹੋ ਗਿਆ ਸੀਗਾ। ਇਹ ਮੈਂ ਗਾਹੇ ਬਗਾਹੇ ਕਿਤੇ ਉਹਨਾਂ ਦੇ ਘਰ, ਕਿਤੇ ਕਿਸੇ ਹੋਟਲ ਦੇ ਵਿੱਚ ਬੈਠ ਕੇ ਅਸੀਂ ਉਹਨਾਂ ਨੂੰ ਕਹਿੰਦੇ ਰਹੇ ਕਿ ਐਮਐਲਏ ਸਾਹਿਬ ਆ ਜਿਹੜਾ ਕੰਮ ਹੋ ਰਿਹਾ ਸ਼ਹਿਰ ਦੇ ਵਿੱਚ ਚੰਗਾ ਨਹੀਂ ਹੋ ਰਿਹਾ। ਇਹ ਗੱਲਾਂ ਉਹਨਾਂ ਨੂੰ ਪਤਾ ਸੀ, ਇਹ ਇਕੱਲਾ ਮੈਂ ਨਹੀਂ ਸੀ, ਹੋਰ ਵੀ ਬਹੁਤ ਸਾਡੇ ਕਾਉਂਸਲਰ ਸੀ ਜਿਹੜੇ ਉਹਨਾਂ ਨੂੰ ਦੱਸਦੇ ਸੀਗੇ ਕਿ ਐਮਐਲਏ ਸਾਹਿਬ ਆ ਬਿਲਡਿੰਗ ਦੇ ਵਿੱਚੋਂ ਬਣਦੀ ਚੋਂ ਪੈਸੇ ਲੈ ਲਏ, ਕੋਈ ਨਕਸ਼ਾ ਨਹੀਂ ਬਣ ਰਿਹਾ ਉੱਥੇ ਕਬਜ਼ਾ ਕਰਾਤਾ, ਕਿਤੇ ਪਟਵਾਰਖਾਨੇ ਦੇ ਵਿੱਚ ਐਡੀ ਵੱਡਾ ਕੰਮ ਚੱਲ ਰਿਹਾ ਰਿਸ਼ਵਤ ਦਾ, ਨਗਰ ਨਿਗਮ ਦੇ ਵਿੱਚ ਨਕਸ਼ਿਆਂ ਦੇ ਵਿੱਚੋਂ ਪੈਸੇ ਲਏ ਜਾ ਰਹੇ ਆ। ਜਿਹੜੇ ਕਮਿਸ਼ਨਰ ਸੀਗੇ ਉਹਨਾਂ ਦੇ ਕੋਲੋਂ ਆਪਣਾ ਹਿੱਸਾ ਮੰਗਿਆ ਜਾਂਦਾ ਸੀਗਾ ਕਿ ਸਾਡਾ ਹਿੱਸਾ ਕਿੰਨਾ ਆ ਕਮਿਸ਼ਨਾਂ ਦੇ ਵਿੱਚ। ਕਚਹਿਰੀਆਂ ਦੇ ਵਿੱਚ ਰਜਿਸਟਰੀਆਂ ਤਹਿਸੀਲਦਾਰਾਂ ਕੋਲੋਂ ਮਹੀਨੇ ਤੇ ਹਫ਼ਤੇ ਲਏ ਜਾਂਦੇ ਸੀਗੇ। ਇਹ ਇੱਕ ਗੱਲ ਨਹੀਂ ਹੈਗੀ, ਬਹੁਤ ਗੱਲ ਹੈ ਜਿਹੜੀ ਉਹਨਾਂ ਨੂੰ ਪਤਾ ਸੀ, ਪਰ ਉਹ ਆਪਣੇ ਕਮਾਊ ਪੁੱਤਾਂ ਨੂੰ ਕੁਝ ਕਹਿ ਨਹੀਂ ਸਕੇ, ਉਹਨਾਂ ਨੂੰ ਪਿੱਛੇ ਨਹੀਂ ਕਰ ਸਕੇ। ਇਸ ਕਰਕੇ ਸਾਰਾ ਮਾਹੌਲ ਖਰਾਬ ਹੋਇਆ। ਔਰ ਸਭ ਤੋਂ ਵੱਡੀ ਗੱਲ, ਜਿਹੜਾ ਇਹ ਲਾਈਟਾਂ ਵਾਲਾ ਠੇਕੇਦਾਰ ਸੀ ਫਗਵਾੜੇ ਨਗਰ ਨਿਗਮ ਦਾ, ਉਹ ਬਹੁਤ ਵੱਡੀ ਇੱਕ ਕਰਪਸ਼ਨ, ਜਿਹੜੀ ਲੜਾਈ ਦੀ ਅਸਲ 'ਚ ਕਾਉਂਸਲਰਾਂ ਨਾਲ ਸ਼ੁਰੂਆਤ ਹੋਈ ਹੈ ਉਹ ਲਾਈਟਾਂ ਵਾਲੇ ਤੋਂ ਸ਼ੁਰੂ ਹੋਈ ਆ। ਉਹਦੇ ਵਿੱਚ ਮੈਂ ਇਕੱਲਾ ਨਹੀਂ ਸੀ, ਬਹੁਤ ਸਾਰੇ ਕਾਉਂਸਲਰ ਸੀ ਜਿਹੜੇ ਬਾਰ-ਬਾਰ ਉਹਦੇ ਵਿੱਚ, ਜਿਹੜਾ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਉਹ ਵੀ ਸੀ, ਉਹਨੇ ਵੀ ਇਹ ਬਹੁਤ ਵਾਰੀ ਗੱਲ ਚੱਕੀ ਆ। ਕਈ ਵਾਰ ਤਾਂ ਇਹ ਨਿਊਜ਼ 'ਚ ਵੀ ਆਈ ਆ, ਕਈ ਖਬਰਾਂ 'ਚ ਵੀ ਆਈ ਆ, ਕਈ ਵਾਰ ਤਾਂ ਸਾਡੀ ਉੱਥੇ ਝਗੜਾ ਵੀ ਹੋਇਆ ਜਾ ਕੇ ਨਗਰ ਨਿਗਮ ਦੇ ਵਿੱਚ ਕਿ ਜਿਹੜਾ ਲਾਈਟਾਂ ਵਾਲਾ ਠੇਕੇਦਾਰ ਆ ਇਹ 9 ਲੱਖ ਰੁਪਈਆ ਮਹੀਨਾ ਰਿਪੇਅਰ ਲਈ ਜਾਂਦਾ ਔਰ ਕਰਦਾ ਕੁਝ ਵੀ ਨਹੀਂ। ਪਰ ਕਿਤੇ ਨਾ ਕਿਤੇ ਕੁਝ ਬੰਦੇ ਇੱਦਾਂ ਦੇ ਸੀ ਜਿਹੜੇ ਠੇਕੇਦਾਰ ਦੇ ਨਾਲ ਫਗਵਾੜੇ ਦਫ਼ਤਰ ਸਾਂਝਾ ਕਰਦੇ ਸੀਗੇ, ਦਫ਼ਤਰ ਦੇ ਵਿੱਚ ਬਹਿੰਦੇ ਸੀ, ਉਹਨਾਂ ਦੀ ਸੈਟਿੰਗ ਸੀ, ਉਹਨਾਂ ਨੇ ਸੈਟਿੰਗ ਉੱਥੇ ਐਮਐਲਏ ਸਾਹਿਬ ਨਾਲ ਕਰਾਈ ਹੋਈ ਸੀ, ਤੇ ਉਹ ਇੱਕ ਬਹੁਤ ਵੱਡਾ ਕਾਰਨ ਸੀਗਾ ਕਰਪਸ਼ਨ ਦਾ। ਉਹ ਇੱਕ ਅੱਡਾ ਬਣ ਚੁੱਕਾ ਸੀ ਲਾਈਟਾਂ ਵਾਲਾ ਠੇਕੇਦਾਰ। ਜਿਹੜਾ ਲਾਈਟਾਂ ਦਾ ਉਹ ਸਕੈਮ ਆ ਟੋਟਲ, ਕਹਿੰਦੇ ਜਿਹੜਾ ਤੁਸੀਂ ਜਿਹੜਾ ਰਿਪੇਅਰ ਦਾ 9 ਲੱਖ ਰੁਪਏ ਜਾਂਦਾ, ਉਹ ਇੱਕ ਬਹੁਤ ਵੱਡਾ ਸਕੈਮ ਆ, ਬਹੁਤ ਵੱਡਾ ਸਕੈਮ ਆ। ਔਰ ਮੈਨੂੰ ਲੱਗਦਾ ਹੈ ਕਿ ਇਲੈਕਸ਼ਨ ਜਿਹੜਾ ਇਹ ਵਿਧਾਨ ਸਭਾ ਦੇ ਹੋਣ ਤੋਂ ਬਾਅਦ ਇੱਕ ਸਾਹਮਣੇ ਆਊਗੀ ਗੱਲ, ਔਰ ਇਹ ਐਡੀ ਦੂਰ ਤੱਕ ਜਾਊਗੀ ਕਿ ਮੈਨੂੰ ਲੱਗਦਾ ਕਿ ਇਹਦੇ ਵਿੱਚ ਕਈ ਬੰਦੇ ਔਰ ਕਈ ਆਫੀਸਰ ਫਸਣਗੇ, ਕਿ ਬਹੁਤ ਵੱਡਾ ਇੱਕ ਸਕੈਮ ਆ। ਕਿਉਂਕਿ ਤੁਸੀਂ ਉੱਥੋਂ ਨਾ ਆਰਟੀਆਈ ਲੈ ਕੇ ਬਿੱਲ ਲਓ, ਕਿੰਨੀਆਂ ਲਾਈਟਾਂ ਆ ਗਈਆਂ ਫਗਵਾੜੇ, ਉਨੀਆਂ ਲਾਈਟਾਂ ਤਾਂ ਲੱਗੀਆਂ ਵੀ ਹੈ ਨਹੀਂ, ਉਨੀਆਂ ਲਾਈਟਾਂ ਲੱਗੀਆਂ ਨਹੀਂ। ਔਰ ਜਿਹੜੀ ਪੁਰਾਣੀ ਲਾਈਟ ਲਿੱਥਦੀ ਆ, ਜਿਹੜੀ ਆਪਾਂ ਪੁਰਾਣੀ ਲਾਈਟ, ਜਿਹੜੀ ਯੈਲੋ ਲਾਈਟ ਪਹਿਲਾਂ ਲੱਗੀਆਂ ਹੋਈਆਂ ਸੀਗੀਆਂ, ਉਹ ਲੈ ਕੇ ਜਾਂਦੀਆਂ ਕਿੱਥੇ ਆ, ਉਹ ਕਿੱਥੇ ਚਲ ਗਈਆਂ? ਜਿਹੜੀਆਂ ਛੋਟੀਆਂ ਆਉਂਦੀਆਂ ਆ ਇਹ ਓਰੀਜਨਲ ਆ ਕਿ ਡੁਪਲੀਕੇਟ ਆ? ਤੁਸੀਂ ਦੇਖੋ, ਬਹੁਤ ਵੱਡਾ ਇਹ ਸਕੈਮ ਇਲੈਕਸ਼ਨ ਤੋਂ ਬਾਅਦ ਸਾਹਮਣੇ ਆਉਣ ਵਾਲਾ। ਤੁਸੀਂ ਸਾਂਪਲਾਈ ਨੂੰ ਟਿਕਟ ਮਿਲੀ, ਉਸ ਤੋਂ ਬਾਅਦ ਘਰ ਵਾਪਸੀ ਕੀਤੀ ਹੈ, ਸਾਂਪਲਾਈ ਦੀਆਂ ਨੀਤੀਆਂ ਕਿੱਦਾਂ ਦੀਆਂ ਲੱਗਦੀਆਂ? ਕਿ ਕਿਤੇ ਇੱਦਾਂ ਤਾਂ ਨਹੀਂ ਕਿ ਬਾਅਦ ਵਿੱਚ ਤੁਸੀਂ ਮਨ ਖੱਟਾ ਹੁੰਦਾ ਜਾਂ ਇੱਦਾਂ ਹੁੰਦਾ? ਤੁਸੀਂ ਪਹਿਲਾਂ ਵੀ ਨਾਲ ਰਹੇ ਹੋ, ਕਿੱਦਾਂ ਦਾ ਲੱਗਦਾ ਤੁਹਾਨੂੰ ਸਾਂਪਲਾਈ ਦਾ? ਸਾਂਪਲਾ ਜੀ ਦੇ ਨਾਲ ਮੈਂ 15-20 ਸਾਲ ਤੋਂ ਕੰਮ ਕਰ ਰਿਹਾ ਹਾਂ, ਔਰ ਜਦੋਂ ਮੈਂ ਕਾਂਗਰਸ ਦੇ ਵਿੱਚ ਵੀ ਸੀ ਮੈਂ ਸਾਂਪਲਾ ਜੀ ਨੂੰ ਹਮੇਸ਼ਾ ਹੀ ਮਿਲਦਾ ਰਹਿੰਦਾ ਸੀ। ਲੋਕਾਂ ਦੇ ਕੰਮਾਂ ਲਈ ਅਸੀਂ ਜਦੋਂ ਵੀ ਜਾਂਦੇ ਸੀ, ਸਾਂਪਲਾ ਜੀ ਨੇ ਕਦੀ ਇਹ ਨਹੀਂ ਸੀ ਸਮਝਿਆ ਕਿ ਇਹ ਕਾਂਗਰਸ ਚਲਾ ਗਿਆ ਤਾਂ ਮੈਂ ਇਹਨਾਂ ਦਾ ਕੰਮ ਨਾ ਕਰਾਂ। ਬਹੁਤ ਲੋਕਾਂ ਦੇ ਅਸੀਂ ਕੰਮ ਕਰਾਏ ਨੇ। ਬਸਰਾ ਜੀ, ਮੈਂ ਤੁਹਾਡੇ ਮਾਧਿਅਮ ਦੇ ਨਾਲ, ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਲੋਕਾਂ ਦੇ ਸਾਹਮਣੇ ਇੱਕ ਗੱਲ ਰੱਖਣੀ ਚਾਹੁੰਦਾ। ਸਾਂਪਲਾ ਜੀ ਉਹ ਲੀਡਰ ਨੇ ਜਿਹੜੇ ਇਮਾਨਦਾਰ ਨੇ, ਔਰ ਮੈਂ ਜਦੋਂ ਦਾ ਉਹਨਾਂ ਦਾ ਪੋਲੀਟੀਕਲ ਉਹਨਾਂ ਨੇ ਆਪਣਾ ਜੀਵਨ ਸ਼ੁਰੂ ਕੀਤਾ ਆ, ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰ ਸਕਦਾ, ਅਗਰ ਸਾਂਪਲਾ ਜੀ ਦੇ ਪੰਜਾਬ ਨਹੀਂ, ਫਗਵਾੜਾ ਨਹੀਂ, ਕਿਸੇ ਬਾਹਰ ਵਿਦੇਸ਼ 'ਚੋਂ ਵੀ ਬੰਦਾ ਕਹਿ ਦੇਵੇ ਨਾ ਸਾਂਪਲਾ ਜੀ ਨੇ ਪੈਸੇ ਲੈ ਕੇ ਕੰਮ ਕਰਾਏ ਆ, ਅੱਜ ਹੀ ਸਾਂਪਲਾ ਜੀ ਨੂੰ ਬਿਠਾ ਲਾਂਗੇ, ਅੱਜ ਹੀ ਪੇਪਰ ਵਾਪਸ ਕਰਾ ਲਾਂਗੇ। ਇਹ ਸਾਂਪਲਾ ਜੀ ਦੀ ਖਾਸੀਅਤ ਆ ਕਿ ਇਮਾਨਦਾਰੀ ਦੇ ਨਾਲ ਜਿੰਨਾ ਚਿਰ ਵੀ ਉਹ ਰਾਜਨੀਤੀ 'ਚ, ਜਿੰਨਾ ਚਿਰ ਵੀ ਉਹਨਾਂ ਨੂੰ ਰਾਜਨੀਤੀ ਨੂੰ ਕਰਦਿਆਂ ਨੂੰ ਹੋ ਗਿਆ, ਉਹਨਾਂ ਨੇ ਇਮਾਨਦਾਰੀ ਨਾਲ ਕੰਮ ਕੀਤਾ, ਕਿਸੇ ਵਰਕਰ ਦਾ ਨਾ ਪੈਸਾ ਲੱਗਣ ਦਿੱਤਾ ਤੇ ਨਾ ਲਿਆ। ਇਹ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ, ਇਮਾਨਦਾਰੀ ਨਾਲ ਕੰਮ ਕਰਦੇ।
ਸਥਿਤੀਆਂ ਸੇਮ ਨੇ ਕਿ ਐਤਕੀ ਉਹ ਚੀਜ਼ ਤਾਂ ਨਹੀਂ ਆ ਜਾਏਗੀ ਕਿਸੇ ਸੀਨੀਅਰ ਲੀਡਰ ਵੱਲੋਂ ਕਹਿ ਦਿੱਤਾ ਜਾਵੇ ਕਿ ਦੀਪਾ ਸਾਨੂੰ ਪਸੰਦ ਨਹੀਂ? ਨਹੀਂ, ਉਹਦਾ ਵੀ ਇੱਕ ਕਾਰਨ ਆ, ਕਿਉਂਕਿ ਸਾਂਪਲਾ ਜੀ ਜਿਹੜੇ ਹੈ ਨਾ ਉਹ ਨੁਕਸਾਨ ਹੋ ਜਾਊਗਾ ਪਰ ਆਪਣੇ ਸਾਥੀ ਦੀ ਕਦੀ ਬਾਹ ਨਹੀਂ ਛੱਡਦੇ। ਜਿਹਦੀ ਬਾਹ ਫੜ ਲਈ ਉਹਦੀ ਫੜ ਕੇ ਰੱਖਦੇ ਆ। ਆਪਣਾ ਨੁਕਸਾਨ ਸਾਂਪਲਾ ਜੀ ਨੇ ਬਹੁਤ, ਮੈਂ ਤੁਹਾਨੂੰ ਕਿੰਨੀਆਂ ਗੱਲਾਂ ਦੱਸ ਸਕਦਾ। ਜਦੋਂ ਅਵਤਾਰ ਮੰਡ ਤੇ ਪਰਚਾ ਹੋਇਆ ਫਗਵਾੜੇ, ਸਾਂਪਲਾ ਜੀ ਆ ਕੇ ਆਪ ਧਰਨੇ 'ਚ ਬੈਠੇ। ਇਦਾਂ ਦੀਆਂ 50 ਗੱਲਾਂ ਆ ਜਿਹਦੇ ਨਾਲ ਖੜੇ ਆ। ਜਦੋਂ ਚਾਵਲਾ ਜੀ ਦੇ ਹੋਇਆ, ਆਪਣੇ ਬੋਰਾ ਜੀ ਤੇ ਹੋਇਆ, ਚੰਮ ਤੇ ਹੋਇਆ, ਇੱਕ ਆਪ ਸਾਰੇ ਬੀਜੇਪੀ ਵਾਲਿਆਂ ਦੇ ਪਰਚੇ। ਹਾਂਜੀ, ਇਹ ਪਰਚੇ ਜਦੋਂ ਪਿਛਲੇ ਹੋਏ ਆ ਉਦੋਂ ਆਪ ਸਾਂਪਲਾ ਜੀ ਨੇ ਬਾਹ ਫੜੀ ਆ ਵਰਕਰ ਦੀ। ਔਰ ਸਾਂਪਲਾ ਜੀ ਦੀ ਇਹ ਖਾਸੀਅਤ ਆ, ਨੁਕਸਾਨ ਹੋ ਜਾਊਗਾ ਪਰ ਆਪਣੇ ਸਾਥੀ ਨੂੰ, ਆਪਣੇ ਵਰਕਰ ਨੂੰ ਕਦੀ ਨਹੀਂ ਛੱਡਦੇ ਉਹ। ਇਹ ਉਹਨਾਂ ਦੀ ਖਾਸੀਅਤ ਆ। ਹੁਣ ਚਲੋ ਰੂਟੀਨ ਚੱਲ ਪਈ ਆ ਸਾਰਾ ਕੁਝ। ਹੁਣ ਕੰਪੇਨਿੰਗ ਕਿੱਦਾਂ ਚੱਲਦੀ ਪਈ ਆ? ਕੀ ਪਾਲਿਸੀਜ਼ ਨੇ? ਕਿੱਦਾਂ ਜਿਹੜੀ ਆ ਕੰਪੇਨਿੰਗ ਅੱਗੇ ਚੱਲੇਗੀ? ਕਿੱਦਾਂ ਸ਼ਹਿਰ ਨੂੰ, ਪਿੰਡਾਂ ਨੂੰ ਨਾਲ ਜੋੜਨਾ, ਉਹ ਕਿਸ ਤਰੀਕੇ ਨਾਲ ਲੈ ਕੇ ਜਾਓਗੇ? ਕੰਪੇਨ ਬਹੁਤ ਵਧੀਆ ਚੱਲ ਰਹੀ ਆ ਔਰ ਜਿਹੜਾ ਸ਼ਹਿਰ ਫਗਵਾੜਾ ਆ ਉਹ ਬਿਲਕੁਲ ਸਾਂਪਲਾ ਜੀ ਨੂੰ ਅੱਖਾਂ ਤੇ ਚੱਕ ਕੇ ਬੈਠਾ ਆ। ਸਿਰਫ ਲੋਕ ਇਹ ਚਾਹੁੰਦੇ ਆ ਕਿ ਬੀਜੇਪੀ ਦਾ ਵਰਕਰ ਜਾਂ ਸਾਂਪਲਾ ਜੀ ਸਾਨੂੰ ਇੱਕ ਵਾਰੀ ਕਹਿ ਦੇਣ ਤਾਂ ਅਸੀਂ ਤੁਰ ਪਈਏ। ਬਹੁਤ ਜ਼ਿਆਦਾ ਸਾਂਪਲਾ ਜੀ ਕਹਿੰਦੇ ਨਹੀਂ ਪੈਸੇ? ਨਹੀਂ, ਉਹ ਚੱਲ ਰਿਹਾ ਕੰਮ। ਮਤਲਬ ਲੋਕ ਇਹ ਚਾਹੁੰਦੇ ਆ ਕਿ ਸਾਡੇ ਕੋਲ ਕੱਲੇ ਸਾਡੇ ਕੋਲ ਪਹੁੰਚ ਕਰੇ। ਇੱਕ ਬੀਜੇਪੀ ਦਾ ਜਿਹੜਾ ਕੈਂਡੀਡੇਟ ਆ ਉਹ ਸਾਡੇ ਕੋਲ ਆਵੇ, ਸਾਡੇ ਨਾਲ ਹੱਥ ਮਿਲਾਵੇ, ਸਾਡੇ ਨਾਲ ਗੱਲ ਕਰੇ, ਸਾਨੂੰ ਕਹੇ ਕਿ ਵੋਟ ਪਾ। ਕਰੰਟ ਆ, ਮੈਂ ਤੁਹਾਨੂੰ, ਤੁਸੀਂ ਸ਼ਹਿਰ ਦੇ ਵਿੱਚ ਕਿਤੇ ਵੀ ਜਾਓ, ਹਰ ਮਹੱਲੇ 'ਚ, ਹਰ ਗਲੀ ਦੇ ਵਿੱਚ ਇੱਕ ਬੀਜੇਪੀ ਲਈ, ਇੱਕ ਮੋਦੀ ਸਾਹਿਬ ਲਈ ਇੱਕ ਕਰੰਟ ਆ। ਔਰ ਇਹਦਾ ਇੱਕ ਸਭ ਤੋਂ ਵੱਡਾ ਕਾਰਨ ਆ ਕਿ ਜਿਹੜਾ ਪੰਜਾਬ ਦਾ ਜਿਹੜਾ ਮਾਹੌਲ ਆ ਨਾ, ਪਿਛਲੇ ਟਾਈਮ 'ਚ ਗੰਧਲਾ ਜਿਹਾ ਹੋ ਗਿਆ ਸੀ। ਜਿਹੜੀ ਹਿੰਦੂ ਸਿੱਖ ਏਕਤਾ ਦੇ ਵਿੱਚ ਪਾੜਾ ਪਾ ਰਹੀਆਂ ਸੀ ਪਾਰਟੀਆਂ ਦੂਜੀਆਂ, ਚਾਹੇ ਉਹ ਕਮਿਊਨਿਸਟ ਸੀ, ਚਾਹੇ ਉਹ ਕਾਂਗਰਸ ਸੀ, ਇਹ ਹਿੰਦੂ ਸਿੱਖ ਨੂੰ ਲੜਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੀਆਂ ਸੀ। ਇਹ ਪੰਜਾਬੀ ਤੇ ਪੰਜਾਬੀਅਤ ਨੂੰ ਖਤਮ ਕਰਨ ਵਾਲੀ ਗੱਲ ਸੀ। ਇਸ ਕਰਕੇ ਬੀਜੇਪੀ ਨੂੰ ਬੈਲੈਂਸ ਬਣਾਉਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਬੀਜੇਪੀ ਨੂੰ ਵੋਟਾਂ ਪਾ ਕੇ, ਜਿੱਥੇ ਸਾਂਪਲਾ ਜੀ ਦੇ ਹੱਥ ਮਜ਼ਬੂਤ ਕਰਨੇ ਆ, ਉੱਥੇ ਨਰਿੰਦਰ ਮੋਦੀ ਜੀ ਦੇ ਹੱਥ ਮਜ਼ਬੂਤ ਕਰਨੇ ਆ। ਔਰ ਮੈਂ ਤੁਹਾਡੇ ਮਾਧਿਅਮ ਨਾਲ ਉਹ ਪਾਰਟੀਆਂ ਨਰਿੰਦਰ ਮੋਦੀ ਨੂੰ ਗਲਤ ਕਹਿੰਦੀਆਂ ਜਿਹੜੀਆਂ ਆਪ ਕੁਛ ਨਹੀਂ ਕਰਦੀਆਂ ਔਰ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾ ਕੇ ਬੈਠੀਆਂ। ਇੱਕ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਸ਼ਖਸ ਨਰਿੰਦਰ ਮੋਦੀ ਆ ਜਿਹਨੇ ਅੱਜ ਤੱਕ ਆਪਣਾ ਕੁਛ ਨਹੀਂ ਬਣਾਇਆ ਔਰ ਉਹ ਇੱਕ ਵੀ ਇਲਜ਼ਾਮ ਕਰਪਸ਼ਨ ਦਾ ਨਹੀਂ ਲੱਗਾ। ਔਰ ਪਿਛਲੀਆਂ ਸਰਕਾਰਾਂ ਤੁਸੀਂ ਦੇਖਦੇ ਆ ਕਿੰਨੇ ਵੱਡੇ ਸਕੈਮ ਨਿਕਲਦੇ ਸੀ ਔਰ ਜਦੋਂ ਦੇ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਇੱਕ ਵੀ ਸਕੈਮ ਸਾਹਮਣੇ ਨਹੀਂ ਆਇਆ। ਕੋਈ ਭਾਈ ਭਤੀਜਾਵਾਦ ਨਹੀਂ ਆਇਆ, ਕੋਈ ਕਿਸੇ ਪੁੱਤ ਨੂੰ, ਭਤੀਜੇ ਨੂੰ, ਕਿਸੇ ਰਿਸ਼ਤੇਦਾਰ ਨੂੰ, ਕਿਸੇ ਨੂੰ ਟਿਕਟ ਨਹੀਂ ਦਿੱਤੀ ਗਈ, ਕਿਸੇ ਨੂੰ ਨੌਕਰੀ ਨਹੀਂ ਦਿੱਤੀ ਗਈ। ਔਰ ਇਹ ਸਭ ਤੋਂ ਵੱਡੀ ਗੱਲ ਹੈ। ਧੰਨਵਾਦ ਜੀ। ਇਹ ਸਨ ਗੁਰਦੀਪ ਸਿੰਘ ਦੀਪਾ, ਜਿਨ੍ਹਾਂ ਨੇ ਦੱਸਿਆ ਕਿ ਕੀ ਕਾਰਨ ਸੀ ਇਹਨਾਂ ਦੇ ਪਾਰਟੀ 'ਚੋਂ ਜਾਣ ਦੇ ਤੇ ਵਾਪਸ ਆਉਣ ਦੇ। ਬੜੇ ਲੌਜਿਕ ਠੀਕ ਇਹਨਾਂ ਨੇ ਦੱਸੇ ਨੇ ਤੇ ਦੱਸਿਆ ਕਿ ਬਈ ਬੜੀ ਤੇਜ਼ੀ ਦੇ ਨਾਲ ਸਾਰੇ ਲੋਕਾਂ ਤੱਕ ਹਲਕੇ ਦੇ ਵਿੱਚ ਸਾਂਪਲਾ ਜੀ ਵੱਲੋਂ ਸੰਪਰਕ ਕੀਤਾ ਜਾ ਰਿਹਾ ਆ ਤੇ ਬਹੁਤ ਅੱਛੇ ਤਰੀਕੇ ਨਾਲ ਜਿਹੜੀ ਆ ਉਹਨਾਂ ਦੀ ਚੋਣ ਮੁਹਿੰਮ ਉਹ ਚੱਲ ਰਹੀ ਹੈ। ਕੈਮਰਾਮੈਨ ਰਮਨ ਦੇ ਨਾਲ ਹਰਮਿੰਦਰ ਸਿੰਘ ਬਸਰਾ, ਫਗਵਾੜਾ।